ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਅੱਜ ਗੁਰਬਾਣੀ ਕਥਾ ਵਿਚਾਰ ਦਾ ਜੋ ਵਿਸ਼ਾ ਹੈ ਉਹ ਹੈ ਅਰਦਾਸ ਕਿਸ ਤਰੀਕੇ ਨਾਲ ਕੀਤੀ ਜਾਵੇ ਕਿ ਸਤਿਗੁਰੂ ਜੀ ਪੂਰੀ ਕਰਨ। ਅਰਦਾਸ ਕਰਦੇ ਵੇਲੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਣੀਆਂ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਹੀ ਆਪਾਂ ਸਤਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ, ਅਰਜ਼ੋਈ ਕਰਨੀ ਹੈ, ਬੇਨਤੀ ਕਰਨੀ ਹੈ, ਮਨ ਦੇ ਵਿੱਚ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਇਹ ਵਿਸ਼ਵਾਸ ਹੋਵੇ ਕਿ ਸਤਿਗੁਰੂ ਜੀ ਨੇ ਇਹ ਜੋ ਮੈਂ ਅਰਦਾਸ ਕਰਨ ਜਾ ਰਿਹਾ ਪੂਰੀ ਕਰ ਦੇਣੀ ਹੈ, ਪੂਰੀ ਕਰਨਗੇ ਹੀ ਕਰਨਗੇ, ਇਹ ਪੂਰੀ ਹੋ ਹੀ ਜਾਣੀ ਹੈ। ਜਿਸ ਤਰੀਕੇ ਨਾਲ ਇੱਕ ਛੋਟਾ ਬੱਚਾ ਕਿਸੇ ਦੁਕਾਨ ਤੇ ਜਾਂਦਾ ਹੈ, ਦੁਕਾਨ ਦੇ ਉੱਤੋਂ ਸਮਾਨ ਲੈ ਲੈਂਦਾ, ਸਮਾਨ ਲੈਣ ਤੋਂ ਬਾਅਦ ਕਹਿੰਦਾ ਰੁਕੋ ਮੈਂ ਪੈਸੇ ਆਪਦੀ ਮਾਤਾ ਤੋਂ ਲਿਆ ਕੇ ਦੇਣਾ। ਉਹ ਕਿਉਂ ਇਸ ਤਰ੍ਹਾਂ ਕਹਿੰਦਾ? ਉਹਨੂੰ ਵਿਸ਼ਵਾਸ ਹੈ ਨਾ ਕਿ ਪੈਸੇ ਮਿਲ ਹੀ ਜਾਣੇ ਨੇ। ਜੇ ਉਹ ਛੋਟਾ ਬੱਚਾ ਇਹ ਕਹੇ ਕਿ ਪਹਿਲਾਂ ਰੁਕੋ ਮੈਂ ਮਾਤਾ ਨੂੰ ਪੁੱਛ ਕੇ ਆਵਾਂ ਖੋਰੇ ਲੈ ਕੇ ਦੇਣ ਇਹ ਚੀਜ਼ ਕਿ ਨਾ, ਉੱਥੇ ਨਾ ਆ ਗਈ ਵਿਸ਼ਵਾਸ ਦੇ ਵਿੱਚ, ਉਹ ਵਿਸ਼ਵਾਸ ਸੱਚਾ ਵਿਸ਼ਵਾਸ ਨਹੀਂ ਹੋ ਸਕਦਾ। ਕਈ ਸੋਚ ਸਕਦੇ ਨੇ ਕਿ ਕਈ ਵਾਰ ਮਾਤਾ ਪਿਤਾ ਮਨਾ ਵੀ ਕਰ ਦਿੰਦੇ ਨੇ ਛੋਟੇ ਬੱਚੇ ਨੂੰ ਕੋਈ ਚੀਜ਼ ਲੈ ਕੇ ਦੇਣ ਤੋਂ, ਪਰ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਿਓ, ਜਿਹੜੀ ਚੀਜ਼ ਉਹ ਮਨਾ ਕਰਦੇ ਨੇ ਉਹ ਜਾਂ ਤਾਂ ਚੀਜ਼ ਫਾਲਤੂ ਹੋਵੇਗੀ ਜਾਂ ਫਜ਼ੂਲ ਹੋਵੇਗੀ, ਬੱਚੇ ਦੇ ਕਿਸੇ ਕੰਮ ਨਾ ਆਉਣ ਵਾਲੀ ਵਸਤੂ ਹੋਵੇਗੀ, ਜਾਂ ਫਿਰ ਮਾਤਾ ਪਿਤਾ ਇੱਕ ਅਜਿਹੀ ਚੀਜ਼ ਲਈ ਮਨਾ ਕਰਦੇ ਨੇ ਜਿਹੜੀ ਬੱਚੇ ਨੂੰ ਨੁਕਸਾਨ ਪਹੁੰਚਾਵੇਗੀ। ਉਸੇ ਤਰੀਕੇ ਨਾਲ, ਬਿਲਕੁਲ ਉਸੇ ਤਰੀਕੇ ਨਾਲ ਸਤਿਗੁਰੂ ਜੀ ਸਾਡੀ ਉਹੀ ਇੱਛਾ ਪੂਰਦੇ ਨੇ ਜਿਹੜੀ ਸਾਡੇ ਹੱਕ ਦੇ ਵਿੱਚ, ਸਾਡੇ ਫਾਇਦੇ ਲਈ ਹੈ, ਸਾਡੇ ਲਈ ਲਾਹੇਵੰਦ ਹੈ। ਜਿਹੜੀ ਆਪਣੇ ਖਿਲਾਫ ਜਾਂਦੀ ਹੈ, ਜਿਸ ਨੇ ਆਪਣਾ ਨੁਕਸਾਨ ਕਰਨਾ ਹੈ, ਉਹ ਇੱਛਾ ਕਦੇ ਵੀ ਨਹੀਂ ਪੂਰੀ ਕਰਦੇ। ਇਸੇ ਤਰੀਕੇ ਨਾਲ ਆਪਾਂ ਸਤਿਗੁਰ ਤੋਂ ਆਪਾਂ ਨੂੰ ਆਪਣੀਆਂ ਚੰਗੀਆਂ ਚੰਗੀਆਂ ਜਿਹੜੀਆਂ ਇੱਛਾਵਾਂ ਨੇ ਦੱਸਦੇ ਰਹਿਣਾ ਚਾਹੀਦਾ ਹੈ। ਸਤਿਗੁਰ ਸਾਡੇ ਮਾਂ ਪਿਓ ਦੇ ਬਰਾਬਰ ਹੈ। ਜਿਹੜੀ ਚੀਜ਼ ਸਤਿਗੁਰ ਨੂੰ ਲੱਗੇਗਾ ਕਿ ਸਾਨੂੰ ਲੈ ਕੇ ਦੇਣੀ ਹੈ, ਉਹ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਨਗੇ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਹਰ ਜ਼ਰੂਰੀ ਚੀਜ਼ ਲੈ ਕੇ ਦਿੰਦੀ ਹੈ, ਇਸੇ ਤਰ੍ਹਾਂ ਸਤਿਗੁਰ ਸਾਡੀ ਹਰ ਲੋੜ ਪੂਰਦੇ ਨੇ ਅਤੇ ਪੂਰਨਗੇ ਜੇਕਰ ਆਪਾਂ ਨੂੰ ਪੂਰਾ ਵਿਸ਼ਵਾਸ ਹੋਵੇਗਾ। ਵਿਸ਼ਵਾਸ ਕਿਹੋ ਜਿਹਾ? ਜਿਸ ਤਰੀਕੇ ਦਾ ਵਿਸ਼ਵਾਸ ਆਪਾਂ ਆਪਣੀ ਮਾਂ ਤੇ ਕਰਦੇ ਹਾਂ, ਜਿਸ ਤਰੀਕੇ ਦਾ ਵਿਸ਼ਵਾਸ ਆਪਾਂ ਆਪਣੇ ਪਿਤਾ ਤੇ ਕਰਦੇ ਹਾਂ, ਬਿਲਕੁਲ ਉਸੇ ਤਰੀਕੇ ਦਾ ਵਿਸ਼ਵਾਸ ਜੇਕਰ ਆਪਾਂ ਸਤਿਗੁਰ ਜੀ ਤੇ ਕਰਾਂਗੇ ਤਾਂ ਉਹ ਆਪਣੀ ਹਰ ਇੱਛਾ ਪੂਰਨਗੇ। ਅਜਿਹੀ ਕੋਈ ਗੱਲ ਨਹੀਂ ਹੈ ਕਿ ਜੋ ਵਾਹਿਗੁਰੂ ਤੋਂ ਮੰਗੀਏ ਤੇ ਉਹ ਪੂਰੀ ਨਾ ਕਰ ਸਕਣ। ਗੱਲ ਹੈ ਸਿਰਫ ਭਰੋਸੇ ਦੀ, ਵਿਸ਼ਵਾਸ ਦੀ, ਜੋ ਅਸੀਂ ਆਪਣੇ ਸਤਿਗੁਰ ਤੇ ਕਰਨਾ ਹੈ। ਅਰਦਾਸ ਦਾ ਪੱਲਾ ਆਪਾਂ ਕਦੇ ਵੀ ਨਾ ਛੱਡੀਏ। ਸਵੇਰੇ ਉੱਠ ਕੇ ਇਸ਼ਨਾਨ ਕਰੀਏ, ਜਦੋਂ ਨਿਤਨੇਮ ਕਰਨਾ ਹੈ ਉਸ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ, ਉਸ ਤੋਂ ਬਾਅਦ ਆਪਾਂ ਇਸ਼ਨਾਨ ਕਰਨ ਤੋਂ ਬਾਅਦ, ਨਿਤਨੇਮ ਕਰਨ ਤੋਂ ਬਾਅਦ ਅਰਦਾਸ ਉਸੇ ਨੇਮ ਦੇ ਵਿੱਚ ਸ਼ਾਮਲ ਕਰੀਏ। ਕਈ ਵਾਰੀ ਆਪਾਂ ਨਿਤਨੇਮ ਕਰਨ ਤੋਂ ਬਾਅਦ ਸਮਾਪਤੀ ਕਰ ਦਿੰਦੇ ਹਾਂ, ਅਰਦਾਸ ਨਹੀਂ ਕਰਦੇ। ਅਰਦਾਸ ਨੂੰ ਰੋਜ਼ਾਨਾ ਦੀ ਆਦਤ ਬਣਾ ਲਈਏ। ਸੌਣ ਤੋਂ ਪਹਿਲਾਂ ਵੀ ਸ਼ੁਕਰਾਨਾ ਕਰੋ, ਪਰ ਉੱਠਣ ਤੋਂ ਬਾਅਦ ਨਿਤਨੇਮ ਕਰਕੇ ਅਰਦਾਸ ਜ਼ਰੂਰੀ ਹੈ। ਉੱਠ ਕੇ ਅਰਦਾਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਰਦਾਸ ਦੇ ਵਿੱਚ ਬੜੀ ਤਾਕਤ ਹੈ। ਸਿੱਖ ਨੂੰ ਅਰਦਾਸ ਕੀਤੇ ਬਿਨਾਂ ਘਰੋਂ ਵੀ ਨਹੀਂ ਨਿਕਲਣਾ ਚਾਹੀਦਾ। ਤੁਸੀਂ ਕਿਸੇ ਵੀ ਮਹਾਂਪੁਰਸ਼, ਸੰਤ, ਫਕੀਰ ਦੀ ਗੱਲਬਾਤ ਸੁਣੋ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਨੇ, ਚਾਹੇ ਕੋਈ ਪ੍ਰਚਾਰਕ ਹੈ, ਹਰੇਕ ਪ੍ਰਚਾਰਕ ਜਾਂ ਸਿੱਖ ਵਿਦਵਾਨ ਇਹੀ ਤੁਹਾਨੂੰ ਸਲਾਹ ਦੇਵੇਗਾ ਕਿ ਸਿੱਖ ਲਈ ਅਰਦਾਸ ਬਹੁਤ ਜ਼ਰੂਰੀ ਹੈ। ਕਿਸੇ ਵੀ ਕੰਮ ਨੂੰ ਨਿਕਲਣਾ ਹੈ, ਅਰਦਾਸ ਕੀਤੇ ਬਿਨਾਂ ਸਿੱਖ ਘਰੋਂ ਨਾ ਨਿਕਲੇ। ਬਿਨਾਂ ਅਰਦਾਸ ਤੋਂ ਕੋਈ ਵੀ ਕੰਮ ਸ਼ੁਰੂ ਨਾ ਕਰੋ। ਹਰ ਕੰਮ ਤੋਂ ਪਹਿਲਾਂ ਅਰਦਾਸ ਕਰੋ। ਤੁਹਾਡਾ ਕੰਮ ਜਿਵੇਂ ਤੁਸੀਂ ਸੋਚਿਆ ਹੈ ਉਸ ਤੋਂ ਵੱਧ ਬਿਹਤਰ ਤਰੀਕੇ ਨਾਲ ਮੁਕੰਮਲ ਹੋਵੇਗਾ। ਜਦ ਹਰ ਜਗ੍ਹਾ ਤੋਂ ਕਦੀ ਜਵਾਬ ਮਿਲ ਜਾਵੇ, ਕਈ ਵਾਰੀ ਐਸੀਆਂ ਘੜੀਆਂ ਆਉਂਦੀਆਂ ਨੇ, ਐਸੀ ਕੰਡੀਸ਼ਨ ਬਣਦੀ ਹੈ ਕਿ ਹਰ ਪਾਸਿਓਂ ਜਵਾਬ ਮਿਲ ਜਾਂਦਾ, ਹਰ ਪਾਸਿਓਂ ਨਾ ਹੋ ਜਾਂਦੀ ਹੈ, ਤੇ ਉਸ ਘੜੀ ਦੇ ਵਿੱਚ ਜੇਕਰ ਆਪਾਂ ਅਰਦਾਸ ਕਰ ਲਈਏ ਤਾਂ 100% ਕੰਮ ਨਿਪਰੇ ਚੜੇਗਾ। ਪਰਮਾਤਮਾ ਖੁਦ ਸਾਡੀ ਅਰਦਾਸ ਕਬੂਲਣਗੇ। ਪਰ ਲੋੜ ਹੈ ਭਰੋਸੇ ਦੀ, ਵਿਸ਼ਵਾਸ ਦੀ। ਜਿਹੜੀ ਅਰਦਾਸ ਕਰਨੀ ਉਹ ਦਿਲੋਂ ਹੋਵੇ, ਸੱਚੇ ਦਿਲੋਂ ਹੋਵੇ। ਇਹ ਨਾ ਹੋਵੇ ਕਿ ਅਰਦਾਸ ਕਰਦੇ ਹੋਏ ਹੱਥ ਅੱਡੇ ਹੋਣ, ਗਲ 'ਚ ਪੱਲਾ ਵੀ ਪਾਇਆ ਹੋਵੇ ਤੇ ਮੂੰਹ ਅਰਦਾਸ ਵੀ ਕਰ ਰਹੇ ਹੋਈਏ ਪਰ ਧਿਆਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ, ਫਿਰ ਉਹ ਅਰਦਾਸ ਵਿਅਰਥ ਹੈ। ਅਰਦਾਸ ਵੇਲੇ ਧਿਆਨ ਗੁਰੂ ਦੇ ਚਰਨਾਂ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ। ਬਹੁਤੇ ਮੇਰੇ ਵਰਗੇ ਜਦੋਂ ਅਰਦਾਸ ਕਰਦੇ ਆ ਨਾ ਤੇ ਦਿਮਾਗ ਦੇ ਘੋੜੇ ਕਿਤੇ ਹੋਰ ਦੌੜ ਰਹੇ ਹੁੰਦੇ ਆ। ਬਹੁਤ ਸਾਰੇ ਦੁਨਿਆਵੀ ਕੰਮ, ਕੋਈ ਮੇਰੇ ਵਰਗਾ ਆਪਦੇ ਖੇਤਾਂ ਬਾਰੇ ਸੋਚਦਾ, ਕੋਈ ਹੋਰ ਸੱਜਣਾ ਆਪਦੀ ਦੁਕਾਨ ਬਾਰੇ ਸੋਚ ਰਿਹਾ ਹੁੰਦਾ, ਕੋਈ ਬਿਜ਼ਨਸ ਦੀ ਗੱਲਬਾਤ ਉਹਦੇ ਦਿਮਾਗ ਦੇ ਵਿੱਚ ਚੱਲ ਰਹੀ ਹੁੰਦੀ ਹੈ, ਕਿਤੇ ਜਾਣ ਆਉਣ ਦੀਆਂ ਪ੍ਰੋਗਰਾਮ ਆਪਦੇ ਪਲਾਨ ਆਪਦੇ ਦਿਮਾਗ ਦੇ ਵਿੱਚ ਰੱਖ ਕੇ ਅਰਦਾਸ ਕਰ ਰਿਹਾ ਹੁੰਦਾ ਹੈ। ਜਿਸ ਪਰਪਸ ਲਈ, ਜਿਸ ਕੰਮ ਲਈ ਅਰਦਾਸ ਕਰਨੀ ਹੈ ਉਹ ਚੇਤੇ ਵੀ ਨਹੀਂ, ਬਸ ਮੂੰਹੋਂ ਬੋਲ ਕੇ ਅਰਦਾਸ ਕਰ ਲਈ। ਤੇ ਫਿਰ ਮੇਰੇ ਵਰਗਾ ਬਚ ਲੋਕਾਂ ਨੂੰ ਕਹਿੰਦਾ ਫਿਰਦਾ ਭਾਈ ਮੇਰੀ ਤਾਂ ਅਰਦਾਸ ਹੀ ਨਹੀਂ ਪੂਰੀ ਹੁੰਦੀ, ਮੈਂ ਬਹੁਤ ਵਾਰੀ ਕਰਦਾ ਹਾਂ, ਸਤਿਗੁਰ ਮੇਰੇ ਨਾਲ ਨਾਰਾਜ਼ ਨੇ, ਪਤਾ ਨਹੀਂ ਉਹਨਾਂ ਦਾ ਕੀ ਵਿਰੋਧ ਹੈ, ਮੇਰੀ ਤਾਂ ਗੱਲ ਮੰਨਦੇ ਹੀ ਨਹੀਂ, ਮੈਂ ਅਰਦਾਸਾਂ ਕਰ ਥੱਕ ਗਿਆ। ਅਰਦਾਸ, ਉਹ ਅਰਦਾਸ ਤਾਂ ਵਿਅਰਥ ਕਰ ਲਈ ਜਿਹੜੀਆਂ ਅਰਦਾਸਾਂ ਕਰਕੇ ਮੈਂ ਥੱਕਿਆ। ਜੇ ਮੇਰਾ ਧਿਆਨ ਹੀ ਨਹੀਂ, ਜੇ ਮੇਰੀ ਸੋਚ ਕਿਤੇ ਹੋਰ ਹੈ, ਸੁਰਤ ਕਿਤੇ ਹੋਰ ਹੈ, ਤੇ ਇਕੱਲੇ ਮੂੰਹ ਨਾਲ ਬੋਲ ਕੇ ਅਰਦਾਸ ਕਰ ਲਈ, ਉਹ ਤਾਂ ਪਹਿਲਾਂ ਹੀ ਵਿਅਰਥ ਹੈ। ਉਹਦੇ ਐਸੀ ਅਰਦਾਸ ਕਰਨ ਤੋਂ ਬਾਅਦ ਸਤਿਗੁਰ ਨਾਲ ਨਾਰਾਜ਼ਗੀ ਨਜਾਇਜ਼ ਹੈ। ਸੱਚੇ ਮਨੋਂ ਅਰਦਾਸ ਕਰੋ, ਤਨ ਮਨ ਤਨ ਸਤਿਗੁਰ ਦੇ ਚਰਨਾਂ ਦੇ ਵਿੱਚ ਰੱਖ ਕੇ। ਅਸਲੀ ਗੱਲ ਧਿਆਨ ਹੀ ਹੈ। ਜਦੋਂ ਧਿਆਨ ਹੀ ਨਹੀਂ ਹੁੰਦਾ ਤਾਂ ਫਿਰ ਕਿੱਥੋਂ ਅਰਦਾਸ ਪੂਰੀ ਹੋ ਜਾਣੀ ਹੈ।
ਅੱਖਾਂ ਬੰਦ ਹੋਣ, ਮਨ ਗੁਰੂ ਦੇ ਚਰਨਾਂ ਦੇ ਵਿੱਚ ਹੋਵੇ ਤੇ ਫਿਰ ਅਰਦਾਸ ਹੋਵੇ ਕਿ ਵਾਹਿਗੁਰੂ ਤੂੰ ਹੀ ਹੈ, ਤੇਰੇ ਬਿਨਾ ਕੋਈ ਨਹੀਂ, ਮੇਰੀਆਂ ਸਾਰੀਆਂ ਮੁਸ਼ਕਲਾਂ ਦਾ, ਸਮੱਸਿਆਵਾਂ ਦਾ, ਤਕਲੀਫਾਂ ਦਾ ਹੱਲ ਤੂੰ ਹੀ ਕਰਨਾ ਹੈ, ਤੇਰੇ ਕੋਲ ਹੀ ਹਰੇਕ ਚੀਜ਼ ਦਾ ਨਿਵਾਰਨ ਹੈ, ਮੇਰੇ ਸਾਰੇ ਓਟ ਆਸਰੇ ਤੇਰੇ ਤੋਂ ਹੀ ਨੇ, ਹੋਰ ਕਿਸੇ ਪਾਸੇ ਨਹੀਂ। ਇਹ ਹੋਣਾ ਵੀ ਇਸੇ ਤਰੀਕੇ ਚਾਹੀਦਾ ਹੈ। ਜੇ ਆਪਾਂ ਸਤਿਗੁਰ ਦੇ ਅੱਗੇ ਵੀ ਬੇਨਤੀ ਕਰ ਲਈ, ਕਿਤੇ ਹੋਰ ਜਾ ਕੇ ਵੀ ਮੱਥਾ ਟੇਕ ਲਿਆ, ਉੱਥੇ ਵੀ ਆਪਦੀ ਡਿਮਾਂਡ ਦੀ ਲਿਸਟ ਬਣਾ ਕੇ ਦੱਸ ਦਿੱਤੀ ਕਿ ਮੇਰੀ ਪੂਰ ਦਿਓ, ਫਿਰ ਤੁਹਾਡੀ ਗੱਲ ਨਹੀਂ ਬਣਨੀ। ਜੇ ਸਾਰੇ ਦੀਆਂ ਸਾਰੀਆਂ ਆਸਾਂ ਉਮੀਦਾਂ ਇੱਕੋ ਤੋਂ, ਸਿਰਫ ਇੱਕੋ ਤੋਂ ਹੋਣਗੀਆਂ, ਫਿਰ ਹੀ ਗੱਲ ਬਣੇਗੀ, ਫਿਰ ਹੀ ਅਰਦਾਸ ਕਬੂਲੀ ਜਾਵੇਗੀ। ਇੰਨੀਆਂ ਕੁ ਗੱਲਾਂ ਦਾ ਆਪਾਂ ਧਿਆਨ ਰੱਖੀਏ ਜਦੋਂ ਵੀ ਅਰਦਾਸ ਕਰਨੀ ਹੈ, ਤੇ 100% ਆਪਣੀ ਅਰਦਾਸ ਨੂੰ ਫਲ ਪਵੇਗਾ। ਸਤਿਗੁਰ ਜੀ ਆਪਣੀ ਲੋੜ ਪੂਰੀ ਕਰਨਗੇ, ਆਪਣੀ ਬਾਹਾਂ ਫੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।